ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਉਸਤਤ ਕਰੈ ਅਨੇਕ ਜਨ, ਅੰਤ ਨਾ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨਕ ਪ੍ਰਕਾਰ। ਅਸ਼ਟਪਦੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ। ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ। ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ। ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਬ ਵਿਚਾਰੈ। ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾਂਤ ਨਾ ਪਾਵੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ। ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨਾ ਕਰੈ। ਕਈ ਕੋਟ ਮਾਇਆ ਸ਼ਰਮ ਮਾਹੈ, ਕਈ ਕੋਟ ਪਰਦੇਸ ਪਰਮਾਹੈ। ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ। ਕਈ ਕੋਟ ਸਸਿਰ ਸੂਰ ਨਖਯਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ। ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਈ ਕੋਟ ਜਖਿਆ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਭ ਤੇ ਨੇਰੈ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਿਹਾ ਭਰਪੂਰ। ਸਭ ਤੇ ਨੇਰੈ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਪਾਵਨ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਸਜੀ ਸਵਾਰੀ ਸਾਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਔਰ ਗੁਰਬਾਣੀ ਵਿਚਾਰ ਗਰੁੱਪ ਦੇ ਸੂਝਵਾਨ ਪਤਵੰਤੇ ਸੱਜਣੋ। ਧੰਨ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਸੁਖਮਨੀ ਸਾਹਿਬ ਦੇ ਰਾਹੀਂ ਅੱਗੇ ਵਿਚਾਰ ਸਾਨੂੰ ਬਖਸ਼ਿਸ਼ ਕਰ ਰਹੇ। ਉਹਦੀ ਵਿਚਾਰ ਆਪਣੀ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਉਮੀਦ ਹੈ ਆਪ ਜੀ ਨੂੰ ਜ਼ਰੂਰ ਭਾਏਗੀ। ਸ਼ਲੋਕ। ਉਸਤਤ ਕਰੈ ਅਨੇਕ ਜਨ ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਸਾਧ ਸੰਗਤ ਜੀਓ, ਪਾਤਸ਼ਾਹ ਫਰਮਾਉਨੇ ਹੈ ਵੀ ਹੇ ਵਾਹਿਗੁਰੂ, ਅਨੇਕ ਜਨ ਤੇਰੀ ਉਸਤਤ ਕਰ ਰਹੇ, ਕੋਈ ਅੰਤ ਹਿਸਾਬ ਨਹੀਂ ਇੰਨੇ ਜਾਣੇ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਇਹ ਜਿਹੜਾ ਜਨ ਸ਼ਬਦ ਹੈ ਸਾਧ ਸੰਗਤ ਜੀਓ, ਇਹ ਮਾਨਯੋਗ ਪੰਚਾਂ ਖਾਤਰ, ਪਵਿੱਤਰ ਪੁਰਸ਼ਾਂ ਖਾਤਰ, ਸੰਤ ਜਨਾਂ ਖਾਤਰ ਵੀ ਆਉਂਦਾ ਹੈ। ਇਹ ਪੰਜ ਕਮਾਦਕਾਂ ਖਾਤਰ ਵੀ ਆਇਆ ਹੋਇਆ ਗੁਰਬਾਣੀ 'ਚ, ਔਰ ਮਿੱਤਰਾਂ ਦੋਸਤਾਂ ਖਾਤਰ ਵੀ ਆਇਆ ਹੋਇਆ। ਪ੍ਰਸੰਗ ਦੇ ਹਿਸਾਬ ਨਾਲ ਉਹਦਾ ਅਰਥ ਬਣਦਾ ਹੁੰਦਾ।
ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਪਰਮਾਤਮਾ ਨੇ ਇਹ ਜਿਹੜੀ ਰਚਨਾ ਰਚੀ ਹੈ ਬਹੁਤ ਵਿਧੀਆਂ ਦੁਆਰਾ ਅਨੇਕ ਪ੍ਰਕਾਰ ਦੀ ਹੈ। ਅੱਗੇ ਸ਼ਬਦ ਜਿਹੜਾ ਕੋਟ ਆਉਣਾ ਉਹ ਇਸੇ ਸ਼ਬਦਾਂ ਵਿੱਚ ਲਿਓ ਸਾਧ ਸੰਗਤ ਜੀ। ਕੋਟ ਦਾ ਮਤਲਬ ਕੋਈ ਅੱਖਰੀ ਅਰਥ ਨਹੀਂ ਹੈ ਵੀ ਕਰੋੜਾਂ ਹੀ ਹੈ, ਕਿੰਨੇ ਵੀ ਹੋ ਸਕਦੇ, ਅਣਗਿਣਤ, ਅਨੇਕ ਸ਼ਬਦ ਹੈ ਅਸਲ 'ਚ ਅੱਗੇ ਆ ਰਿਹਾ। ਕਈ ਕੋ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ। ਕਈ ਕਰੋੜ, ਕਿੰਨੇ ਹੀ ਅਨੇਕ ਪੁਜਾਰੀ ਹੋਏ, ਕਈ ਕੋਟ ਆਚਾਰ ਵਿਵਹਾਰੀ। ਕਈ ਲੋਕ ਕਿੰਨੇ ਹੀ ਆਚਾਰ ਵਿਵਹਾਰੀ ਪੈਦਾ ਹੋਏ ਜਿਹੜੇ ਆਚਾਰ ਵਿਵਹਾਰ ਨੂੰ ਵੀ ਬੜਾ ਕਰਦੇ ਆ, ਲੇਕਿਨ ਰੱਬ ਦੀ ਸੋਝੀ ਹੈ ਕੋਈ ਨਹੀਂ ਅੰਦਰ ਤੋਂ, ਬਾਹਰਲੇ ਕਰਮ ਧਰਮ 'ਚ ਲੱਗੇ ਹੋਏ ਆ। ਸਿਰਫ ਆਚਾਰ ਜਾਂ ਉਹ ਕਰਮ ਕਾਂਡ ਹੈ ਉਹਨਾਂ ਦੇ ਪੱਲੇ ਹੈ। ਕਈ ਕੋਟ ਭਏ ਤੀਰਥਵਾਸੀ। ਕਈਓ ਅਨੇਕਾਂ ਹੀ, ਕਈ ਕਰੋੜਾਂ ਵਿੱਚ ਤੀਰਥਾਂ ਦੇ ਉੱਤੇ ਰਹਿੰਦੇ ਆ। ਕਈ ਕੋਟ ਬਨ ਭਰਮੈ ਉਦਾਸੀ। ਕਿੰਨੇ ਹੀ ਜੰਗਲਾਂ ਵਿੱਚ ਫਿਰਦੇ ਭਰਮਦੇ। ਕਈ ਕੋਟ ਵੇਦ ਕੇ ਸਰੋਤੇ ਔਰ ਕਈ ਕੋਟ ਤਪੀਸਰ ਹੋਤੇ। ਇਹ ਤਾਂ ਆਪ ਜੀ ਨੂੰ ਸਾਰੇ ਜਾਣਦੇ ਹੀ ਹੈ, ਕਿੰਨੇ ਹੀ ਤਪੀਸਰ ਹੈ, ਕਿੰਨੇ ਹੀ ਵੇਦ ਦੇ ਸਰੋਤੇ ਹੈ। ਕਈ ਕੋਟ ਆਤਮ ਧਿਆਨ ਧਾਰੈ। ਕਿੰਨੇ ਹੀ ਆਤਮਾ ਦਾ ਧਿਆਨ ਧਾਰਦੇ ਆਪਣੀ ਆਤਮਾ ਦੇ ਵਿੱਚ ਜੁੜ ਕੇ ਪਰਮਾਤਮਾ ਨਾਲ ਜੁੜਦੇ। ਕਈ ਕੋਟ ਕਵ ਕਾਵ ਵਿਚਾਰੈ। ਕਿੰਨੇ ਹੀ ਕਵੀ ਆਪਣੀ ਕਵਿਤਾ ਦੇ ਰਾਹੀਂ ਵਿਚਾਰਾਂ ਕਰਦੇ। ਉਹ ਤ੍ਰੈਗੁਣੀ ਵੀ ਹੋ ਸਕਦੀ ਹੈ, ਉਹ ਰੱਬੀ ਸ਼ਾਇਰੀ ਵੀ ਹੋ ਸਕਦੀ ਹੈ। ਤੋ ਸਾਧ ਸੰਗਤ ਜੀਓ, ਕਈ ਕੋਟ ਨਵਤਨ ਨਾਮ ਧਿਆਵੇ। ਕਿੰਨੇ ਹੀ ਨਵਾਂ ਨਾਮ ਰੱਖ ਕੇ ਪਰਮਾਤਮਾ ਦਾ ਰੋਜ਼ ਧਿਆਉਂਦੇ ਆ। ਸ਼ੇਸ਼ਨਾਗ ਦੀ ਵਿਚਾਰ ਆ ਰਹੀ ਹੈ ਅਸਲ 'ਚ, ਕਿਉਂਕਿ ਸ਼ੇਸ਼ਨਾਗ 1000 ਜੀਵ ਨਾਲ ਰੋਜ਼ ਇੱਕ ਰੱਬ ਦਾ ਨਵਾਂ ਨਾਂ ਰੱਖ ਕੇ ਧਿਆਉਂਦਾ ਉਹਨੂੰ। ਜਿਵੇਂ ਅੱਜ ਨਰਾਇਣ ਨਰਾਇਣ ਕਹਿ ਰਹੀ ਹੈ 1000 ਜੀਵ, ਕੱਲ੍ਹ ਨੂੰ ਬੀਠਲ ਬੀਠਲ ਕਹਿ ਰਹੀ ਹੈ, ਪਰਸੋਂ ਨੂੰ ਹਰੀ ਹਰੀ ਕਹਿ ਰਹੀ ਹੈ, ਚੌਥੇ ਨੂੰ ਵਾਹਿਗੁਰੂ ਵਾਹਿਗੁਰੂ, ਉਸ ਤੋਂ ਅਗਲੇ ਦਿਨ ਗੋਪਾਲ ਗੋਪਾਲ। ਇਸ ਤਰ੍ਹਾਂ ਕਈ ਕਰੋੜ ਇਹੋ ਜਿਹੇ ਵੀ ਹੈ ਜਿਹੜੇ ਇੱਕ ਨਵਾਂ ਨਾਂ ਰੱਖ ਕੇ ਰੋਜ਼ ਧਿਆਉਂਦੇ ਰੱਬ ਨੂੰ, ਲੇਕਿਨ ਪ੍ਰਾਪਤੀ ਗੁਰਬਾਣੀ ਫਰਮਾਉਂਦੀ ਹੈ ਵੀ ਕੁਛ ਵੀ ਨਹੀਂ ਹੈ। ਕਿਉਂਕਿ ਜਿਹੜੀ ਅਸਲੀ ਸੂਈ ਹੈ ਨਿਰੰਕਾਰ ਵੱਲ, ਉਹ ਤਾਂ ਹੋਈ ਨਹੀਂ, ਸਿਰਫ ਬਾਹਰ ਦਾ ਹੀ ਕਰਮ ਧਰਮ ਹੈ। ਜ਼ਬਾਨ ਬੋਲ ਰਹੀ ਹੈ, ਹਿਰਦਾ ਨਾਲ ਹੈ ਹੀ ਨਹੀਂ। ਨਾਨਕ ਕਰਤੇ ਅੰਤ ਨਾ ਪਾਵੈ। ਕਰਤੇ ਕਾ ਅੰਤ ਨਾ ਪਾਵੈ। ਬਿਲਕੁਲ ਨਹੀਂ ਕਰਤੇ ਦਾ ਅੰਤ ਪਾਉਂਦੇ। ਇੱਕ ਤਿਲ ਜਿੰਨਾ ਭੇਤ ਨਹੀਂ ਆਇਆ ਸ਼ੇਸ਼ਨਾਗ ਨੂੰ ਹੁਣ ਥਾਈਂ, ਇੰਨਾ ਧਿਆਨ ਲਾਉਂਦਾ। ਹਾਲਾਂਕਿ ਇਹ ਦੇਖੋ ਬੈਲੈਂਸਡ ਅਪਰੋਚ ਗੁਰਬਾਣੀ ਦੀ। ਸਦਕੇ ਜਾਈਏ, ਬਾਰ ਬਾਰ ਬਲਿਹਾਰ ਜਾਈਏ ਗੁਰੂ ਸਾਹਿਬਾਨਾਂ ਤੋਂ, ਜਿਨ੍ਹਾਂ ਨੇ ਇਹ ਚੀਜ਼ਾਂ ਸਾਡੇ ਸਾਹਮਣੇ ਕੱਢ ਕੇ ਰੱਖੀਆਂ। ਤੱਤ ਗਿਆਨ ਕਿ ਅਸੀਂ ਤਾਂ ਲੋਕ ਇੱਕ ਪਾਸਣ, ਜਾਂ ਕੋਈ ਬਿਲਕੁਲ ਜਪ ਨਹੀਂ ਕਰਦਾ ਨਕਾਰਦੇ ਆ, ਜਾਂ ਕੋਈ ਜਪ ਐਕਣ ਕਰਨ ਲੱਗਿਆ ਹੋਇਆ ਬਈ ਸ਼ੇਸ਼ਨਾਗ ਦੀ ਤਰ੍ਹਾਂ। ਗੱਲ ਕੋਈ ਇਨ ਬਿਟਵੀਨ ਹੈ, ਵਿਚਾਲੇ ਹੈ ਬਾਤ ਗੁਰਮਤਿ ਦੀ। ਬੈਲੈਂਸ ਜਿੱਥੇ ਸੂਈ ਵਿਚਾਲੇ ਖੜਦੀ ਹੈ, ਉਹ ਇਹ ਹੈ ਜੋ ਸਮਝ ਆ ਰਹੀ ਹੈ ਦਾਸ ਨੂੰ ਬਈ ਕਰਨਾ ਹੈ ਜਪ, ਪਰ ਮੈਂ ਮਾਰਨੀ ਹੈ। ਮੈਂ 'ਚ ਨਹੀਂ ਜਪ ਕਰਨਾ ਹੈ। ਜੇ ਮੈਂ ਨਾਲ ਜਪ, ਹੋਰ ਜਪ ਕਰਦਿਆਂ ਕਰਦਿਆਂ ਹੋਰ ਮੈਂ ਵੱਧ ਰਹੀ ਹੈ ਵੀ ਲੋਕ ਮੈਨੂੰ ਚੰਗਾ ਕਹਿਣਗੇ, ਤਾਂ ਉਹ ਵਿਅਰਥ ਚਲੇ ਜਾਊਗਾ। ਮੈਂ ਦੇ ਉੱਪਰ ਚੋਟ ਮਰਾਉਣੀ ਹੈ ਹਰ ਵਕਤ ਗੁਰੂ ਸਾਹਿਬ ਤੋਂ, ਫਿਰ ਜਪ ਕਰਨਾ ਹੈ। ਫਿਰ ਬਹੁਤ ਉੱਚੀ ਬਾਤ ਹੈ, ਜਪ ਤੋਂ ਬਿਨਾਂ ਅੰਦਰ ਖੁੱਲ੍ਹਦਾ ਹੀ ਨਹੀਂ ਫਿਰ। ਤੋ ਨਾਨਕ ਕਰਤੇ ਕਾ ਅੰਤ ਨਾ ਪਾਵੈ। ਕਈ ਕੋਟ ਭਏ ਅਭਿਮਾਨੀ। ਕਿੰਨੇ ਹੀ ਲੋਕ ਹੰਕਾਰੀ ਹੈ। ਕਈ ਕੋਟ ਅੰਧ ਅਗਿਆਨੀ। ਕਈ ਬਿਲਕੁਲ ਅੰਨੇ ਹੈ, ਅਗਿਆਨੀ ਹੈ, ਪਤਾ ਹੀ ਨਹੀਂ ਕਾਸੇ ਦਾ। ਕਈ ਕੋਟ ਕਿਰਪਨ ਕਠੋਰ। ਕਿੰਨੇ ਹੀ ਲੋਕ ਕਿਰਪਨ ਕੰਜੂਸ ਹੈ, ਔਰ ਕਿੰਨੇ ਹੀ ਕਠੋਰ ਹੈ, ਹਰ ਵਕਤ ਕਠੋਰ ਬਚਨ ਕਰਦੇ। ਹਿਰਦਾ ਵੀ ਕਠੋਰ ਹੈ। ਕਟੂ ਕਹਿੰਦੇ ਜਿਹਨੂੰ ਹਿੰਦੀ 'ਚ ਕਟੂ। ਕਈ ਕੋਟ ਅਭਿਗ ਆਤਮ ਨਿਕੋਰ। ਕਈਆਂ ਦੇ ਉੱਪਰ ਅਸਰੇ ਨਹੀਂ ਹੁੰਦਾ ਕੋਈ, ਅੰਦਰ ਤੋਂ ਬਿਲਕੁਲ ਇਹ ਖਾਲੀ ਹੈ, ਅਭਿਗ ਹੈ, ਕੋਈ ਅਸਰ ਨਹੀਂ ਉਹਨਾਂ ਦੇ ਉੱਤੇ ਪੈਂਦਾ, ਕੋਰੇ ਹੈ ਬਿਲਕੁਲ, ਪ੍ਰੇਮ ਰੰਗ ਚੜ੍ਹਦਾ ਹੀ ਨਹੀਂ ਕਦੇ। ਕਈ ਕੋਟ ਪਰ ਦਰਬ ਕੋ ਹਿਰੈ। ਕਿੰਨੇ ਹੀ ਲੋਕ ਦੂਜਿਆਂ ਦਾ ਧਨ ਹਿਰਦੇ ਹੈ। ਕਈ ਕੋਟ ਪਰ ਦੁੱਖ ਨਾ ਕਰੈ। ਕਈ ਕੋਟ ਨਿੰਦਿਆ 'ਚ ਲੱਗੇ ਹੋਏ ਹੈ, ਪਰਾਈ ਨਿੰਦਿਆ, ਬਸ ਉਹਨਾਂ ਨੂੰ ਉਸੇ ਵਿੱਚ ਸਵਾਦ ਆਉਂਦਾ। ਕਈ ਕੋਟ ਮਾਇਆ ਸ਼ਰਮ ਮਾਹੈ। ਕਿੰਨੇ ਹੀ ਲੋਕ ਮਾਇਆ ਦੇ ਪਿੱਛੇ ਪਏ ਹੋਏ ਹੈ, ਮਾਇਆ ਪ੍ਰਤੀ ਮਿਹਨਤ ਕਰ ਰਹੇ ਹੈ ਬਹੁਤ ਜ਼ਿਆਦਾ, ਰੱਬ ਨੂੰ ਭੁੱਲੇ ਹੋਏ ਹੈ। ਜਿਹੜੇ ਮਾਇਆ ਨੂੰ ਪਰਮਾਤਮਾ ਨੂੰ ਯਾਦ ਰੱਖ ਕੇ ਸ਼ਰਮ ਕਰਦੇ, ਮਿਹਨਤ ਕਰਦੇ, ਉਹ ਪਵਿੱਤਰ ਹੈ। ਜਿਹੜੇ ਜਿਵੇਂ ਗੁਰਸਿੱਖ ਹੈ, ਗੁਰਸਿੱਖਾਂ ਦੀ ਮਾਇਆ
ਗੁਰਸਿੱਖਾਂ ਦੇ ਕੰਮ ਵੀ ਆਉਂਦੀ ਹੈ, ਵਿੱਚੋਂ ਵੰਡਦੇ ਹਾਂ। ਤੋ ਜਿਹੜੇ ਸਿਰਫ ਮਾਇਆ ਮਗਰ ਲੱਗੇ ਹੋਏ ਹੈ ਔਰ ਪਰਮਾਤਮਾ ਭੁੱਲ ਗਿਆ ਹੋਇਆ, ਠੱਗੀਆਂ ਠੋਰੀਆਂ ਪਤਾ ਨਹੀਂ ਕਿਆ ਕਿਆ ਕਰਦੇ ਹੈ, ਬੈਂਕਾਂ ਨੂੰ ਹੀ ਲੁੱਟ ਕੇ ਖਾ ਜਾਂਦੇ ਆ, ਉਹ ਵੀ ਇਸੇ ਵਿੱਚ ਹੈ ਸੰਸਾਰ 'ਚ। ਕਈ ਕੋਟ ਪਰਦੇਸ ਭਰਮਾ ਹੈ, ਕਈਆਂ ਦੇ ਕਰਮਾਂ 'ਚ ਲਿਖਿਆ ਵਾ ਇਹ ਹੈ ਵੀ ਫਿਰ ਉਹ ਆਲੇ ਦੁਆਲੇ ਦੇਸ਼ ਰਿਟਰਨ ਕਰੋ, ਅਲੱਗ ਅਲੱਗ ਦੇਸ਼ਾਂ ਦਾ। ਜਿੱਤ ਜਿੱਤ ਲਾਵੋ ਤਿਤ ਤਿਤ ਲਗਣਾ, ਜਿੱਥੇ ਜਿੱਥੇ ਮਹਾਰਾਜ ਤੈਂ ਲਾਏ ਹੋਏ ਆ ਉੱਥੇ ਹੀ ਉੱਥੇ ਲੱਗ ਰਹੇ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਇਹ ਵਾਹਿਗੁਰੂ, ਕਰਤੇ ਦੀ ਰਚਨਾ ਨੂੰ ਤੂੰ ਆਪ ਹੀ ਜਾਣ ਸਕਦਾ, ਕਰਤਾ ਹੈ, ਹੋਰ ਨਹੀਂ ਕੋਈ ਵੀ ਜਾਣ ਸਕਦਾ। ਹੁਣ ਸਾਧ ਸੰਗਤ ਜੋ ਇੱਥੋਂ ਆਪਾਂ ਆਪਣੀ ਜਿਹੜੀ ਇੱਕ ਪਾਸੜ ਬੁੱਧੀ ਹੈ ਇਹ ਹਿਸਾਬ ਲਾਉਂਦੇ ਹਾਂ ਵੀ ਜਿੱਤ ਜਿੱਤ ਲਾਵੋ ਤਿਤ ਤਿਤ ਲੱਗਣਾ, ਵੀ ਜਿੱਕਣ ਤੈਂ ਲਾਏ ਹੋਏ ਆ ਉੱਕਣ ਲੱਗੇ ਹੋਏ ਆ। ਠੀਕ ਹੈ ਗੱਲ, ਬਿਲਕੁਲ ਇਸ ਤਰ੍ਹਾਂ ਹੀ ਹੈ, ਪਰ ਇਹਦੇ ਪਿੱਛੇ ਗੱਲ ਹੋਰ ਵੀ ਹੈ, ਕੋਈ ਐਬਸੋਲੂਟ ਗੱਲ ਨਹੀਂ ਹੈ। ਜੇ ਗੁਰੂ ਦਾ ਮਿਲਾਪ ਹੋ ਜੇ ਤਾਂ ਜੇ ਪੁੱਠੇ ਪਾਸੇ ਵੀ ਲੱਗਿਆ ਵਾ ਚੋਰ ਵੀ ਹਟ ਜਾਂਦਾ ਹੈ, ਪੁੱਠੇ ਪਾਸੇ ਲੱਗਿਆ ਹੋਇਆ ਬੇਵਿਚਾਰੀ ਵੀ ਹਟ ਜਾਂਦਾ। ਮਿਸਾਲਾਂ ਆਪਦੇ ਸਾਹਮਣੇ ਗੁਰਬਾਣੀ 'ਚ ਕਿੰਨੀਆਂ ਜ਼ਿਆਦਾ ਹੈ। ਅਜਾਮਲ, ਗਨਕਾਂ, ਵਾਲਮੀਕ ਜੀ ਲਾਏ ਹੋਏ ਤਾਂ ਉਹਦੇ ਹੀ ਤੇ ਪਹਿਲਾਂ ਵੀ ਉੱਧਰ ਭਾਣਾ ਆਪਣਾ ਕਰ ਰਹੇ ਤੇ, ਫਿਰ ਭਾਣੇ ਦੀ ਸੋਝੀ ਆ ਜਾਂਦੀ ਹੈ, ਫਿਰ ਹਟ ਜਾਂਦਾ ਬੰਦਾ ਗਲਤ ਕੰਮ ਕਰਨੇ ਤੋਂ, ਪਰ ਹੋ ਸਭ ਉਹਦੇ ਹੁਕਮ 'ਚ ਰਿਹਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਿੰਨੇ ਹੀ ਕਰੋੜਾਂ ਹੀ ਸਿੱਧ ਜਤੀ ਜੋਗੀ ਹੈ, ਉੱਪਰੋਂ ਉੱਪਰੋਂ ਰੱਬ ਦਾ ਨਾਂ ਲੈ ਰਹੇ ਹੈ, ਸੋਝੀ ਹੈ ਕੋਈ ਨਹੀਂ ਵੀ ਅਸੀਂ ਕਿਆ ਕਰਨਾ ਹੈ। ਆਪਣੀ ਹਉਮੈ ਕਰਕੇ ਹੋ ਰਿਹਾ ਸਾਰਾ ਕੁਛ। ਕੂੜ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਈ ਕੋਟ ਰਾਜੇ ਰਸ ਭੋਗੀ, ਕਈ ਰਾਜੇ ਰਸਾਂ ਦੇ ਭੋਗਣ 'ਚ ਲੱਗੇ ਹੋਏ ਹੈ। ਕਈ ਕੋਟ ਪੰਖੀ ਸਰਪ ਉਪਾਏ, ਕਿੰਨੇ ਹੀ ਪੰਛੀ ਔਰ ਸੱਪ ਬਣਾਏ ਹੋਏ ਹੈ, ਕਿੰਨੀਆਂ ਕਿਸਮਾਂ ਕਿੰਨੀਆਂ ਉਹਨਾਂ ਦੀਆਂ ਖਾਣੀਆਂ। ਕਈ ਕੋਟ ਪਾਥਰ ਬਿਰਖ ਨਿਪਜਾਏ, ਕਿੰਨੇ ਹੀ ਪੱਥਰ ਆਪਣਾ ਦਰਖਤ ਇਹ ਪੈਦਾ ਕਰੇ ਹੋਏ ਹੈ ਕਿੰਨੀਆਂ ਕਿਸਮਾਂ ਦੇ। ਕਈ ਕੋਟ ਪਵਨ ਪਾਣੀ ਬੈਸੰਤਰ, ਕਿੰਨੇ ਹੀ ਕਰੋੜਾਂ ਹੀ ਕਿਸਮ ਦੇ ਪੌਣ ਹੈ, ਕਿੰਨੀ ਕਿਸਮ ਦੀ ਹਜ਼ਾਰਾਂ ਹੀ ਕਿਸਮ ਦੇ ਪਾਣੀ ਹੈ, ਅੱਗ ਹੈ। ਆਪਾਂ ਤਾਂ ਸਿਰਫ ਇੱਕ ਅੱਗ ਨੂੰ ਔਰ ਇੱਕ ਪਾਣੀ ਨੂੰ ਇੱਕ ਪੌਣ ਨੂੰ ਜਾਣਦੇ ਹਾਂ। ਗੁਰੂ ਸਾਹਿਬ ਫਰਮਾਉਂਦੇ ਆ ਅਨੇਕਾਂ ਹੀ ਹੈ, ਪਤਾ ਹੀ ਨਹੀਂ ਇੰਨੀਆਂ ਗੈਸਾਂ। ਜਿਹਨੇ ਸਾਇੰਸ ਪੜ੍ਹੀ ਹੈ ਉਹਨੂੰ ਪਤਾ ਹੈ ਬਈ ਹਾਈਡਰੋਜਨ ਵੀ ਗੈਸ ਹੈ, ਆਕਸੀਜਨ ਵੀ ਗੈਸ ਹੈ, ਕਾਰਬਨ ਡਾਈਆਕਸਾਈਡ ਵੀ ਗੈਸ ਹੈ, ਹੋਰ H2S ਵੀ ਗੈਸ ਹੈ, ਹੋਰ ਪਤਾ ਨਹੀਂ ਕਿੰਨੀਆਂ ਗੈਸਾਂ ਕੈਮਿਸਟਰੀ 'ਚ ਪੜ੍ਹਾਈਆਂ ਜਾਂਦੀਆਂ। ਤੋ ਹਵਾ ਦਾ ਵੀ ਕੋਈ ਅੰਤਰ ਨਹੀਂ, ਅੱਗ ਦਾ ਵੀ ਕੋਈ ਅੰਤਰ ਨਹੀਂ, ਕੋਈ ਜਠਰਾਗਨ ਹੈ, ਕੋਈ ਕਿਵੇਂ ਹੈ। ਔਰ 5 ਕਿਸਮ ਦੀ ਅਗਨੀ ਲੈ ਕੇ ਆਉਂਦੇ ਆ ਜਿਹੜੇ ਪਾਰਸੀ ਹੈ। ਆਪਣਾ ਜਦ ਵੀ ਉਹ ਬਣਾਉਂਦੇ ਆ ਨਾ, ਜਿੱਕਣ ਆਪਾਂ ਗੁਰਦੁਆਰਾ ਸਾਹਿਬ ਬਣਾਉਂਦੇ ਉਹ ਆਪਣਾ ਜੋ ਵੀ ਉਹਨਾਂ ਦਾ ਨਾਂ ਹੈ ਦੱਸਦੇ ਨੂੰ ਉਹ ਭੁੱਲ ਰਿਹਾ ਇਸ ਟਾਈਮ, ਉਹ 5 ਕਿਸਮ ਦੀ ਅੱਗ ਲੈ ਕੇ ਆਉਂਦੇ, ਜਿਹਦੇ ਵਿੱਚ ਇੱਕ ਸਿਵਿਆਂ ਦੀ ਅੱਗ ਵੀ ਹੁੰਦੀ ਹੈ। ਤੋ ਇਸ ਤਰ੍ਹਾਂ ਦੀਆਂ ਉਹਨਾਂ ਦਾ ਇਸ ਤਰ੍ਹਾਂ ਦਾ ਖਿਆਲ ਹੈ ਸਾਰਾ ਹੀ ਇਹ ਕਰਮ ਧਰਮ ਹੈ। ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਿੰਨੇ ਹੀ ਦੇਸ਼ ਹੈ, ਕਿੰਨੀ ਭੂਮੀਆਂ, ਕਿੰਨੇ ਹੀ ਮੰਡਲ ਹੈ, ਖੰਡ ਹੈ। ਕਈ ਕੋਟ ਸਸੀਰ ਸੂਰ ਨਖੇਤਰ, ਕਿੰਨੇ ਹੀ ਚੰਦਰਮੇ ਹੈ, ਕਿੰਨੇ ਹੀ ਸੂਰਜ ਹੈ, ਕਿੰਨੇ ਹੀ ਨਛੱਤਰ ਹੈ। 28 ਨਛੱਤਰਾਂ ਦੀ ਗੱਲ ਤਾਂ ਪੰਡਿਤ ਵੀ ਕਰਦਾ, ਪਰ ਗੁਰੂ ਸਾਹਿਬ ਕਹਿੰਦੇ ਅੰਤੇ ਨਹੀਂ ਇੰਨੇ ਨਛੱਤਰ ਹੈ। ਕਿੰਨੇ ਚੰਦਰਮੇ ਹੈ, ਇੱਕ ਗ੍ਰਹਿ ਐਸਾ ਵੀ ਹੈ ਸੂਰਜ ਦੇ ਇਸ ਯੂਨੀਵਰਸ ਵਿੱਚ ਜਿਹਦੇ ਆਲੇ ਦੁਆਲੇ ਕਿੰਨੇ ਹੀ 12 ਚੰਦਰਮੇ ਘੁੰਮਦੇ ਹੈ। ਧਰਤੀ ਦੇ ਦੁਆਲੇ ਤਾਂ ਇੱਕੋ ਚੰਦਰਮਾ ਹੈ। ਤੋ ਇਹ ਹੈ ਚੀਜ਼ਾਂ ਜਿਹੜੀਆਂ ਗੁਰੂ ਸਾਹਿਬ ਨੇ ਦੇਖੀਆਂ ਆਪਣੇ ਅਨੁਭਵ ਵਿੱਚ, ਉਹ ਲਿਖੀਆਂ ਬਈ ਅੰਤ ਹਿਸਾਬ ਹੀ ਨਹੀਂ ਤੇਰੀ ਮਾਲਕ ਤੇਰੀ ਦੁਨੀਆ ਦਾ, ਤੂੰ ਇੰਨਾ ਕੁਛ ਸਾਜਿਆ ਹੋਇਆ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਕਿੰਨੇ ਹੀ ਤੈਂ ਦੇਵਤੇ ਬਣਾਏ ਹੋਏ ਹੈ, ਕਿੰਨੇ ਹੀ ਤੈਂ ਦੈਂਤ ਬਣਾਏ ਹੋਏ ਹੈ ਦਾਨਵ, ਔਰ ਇੰਦਰ ਕਿੰਨੇ ਹੀ ਇੰਦਰ ਹੈ ਜਿਨ੍ਹਾਂ ਦੇ ਸਿਰ ਪਰ ਛਤਰ ਧਰਿਆ ਵਾ। ਭਾਈ ਕੇਂਦਰ ਦੀ ਗੱਲ ਕਰਦੇ ਹਾਂ, ਉੱਥੇ ਤਾਂ ਅੰਤੇ ਕੋਈ ਨਹੀਂ, ਇੰਨੇ ਇੰਦਰ ਹੈ ਭਾਈ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਸਾਰੀ ਸਮੱਗਰੀ ਨੂੰ ਆਪਣੇ ਕੰਟਰੋਲ 'ਚ ਰੱਖਿਆ ਹੋਇਆ ਤੈਂ, ਜਿਵੇਂ ਮਾਲਾ ਦੇ ਮਣਕਿਆਂ ਨੂੰ ਇੱਕ ਧਾਗਾ ਪਰੋ ਕੇ ਰੱਖਦਾ। ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਜਿਹਨੂੰ ਜਿਹਨੂੰ ਤੂੰ ਚਾਹੁੰਦਾ ਉਹਨੂੰ ਬਾਹਰ ਕੱਢ ਲੈਂਦਾ, ਬਾਕੀ ਨੂੰ ਆਪਣੇ ਹੁਕਮ ਵਿੱਚ ਲਾਇਆ ਹੋਇਆ ਤੈਂ। ਕਈ ਕੋਟ ਰਾਜਸ ਤਾਮਸ ਸਾਤਕ, ਕਿੰਨੇ ਹੀ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਹੈ।
ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ। ਕਿੰਨੇ ਹੀ ਵੇਦ ਹੈ, ਕਿੰਨੇ ਹੀ ਪੁਰਾਣ ਹੈ, ਕਿੰਨੀਆਂ ਹੀ ਸਿਮਰਤੀਆਂ ਹੈ, ਕਿੰਨੇ ਹੀ ਸ਼ਾਸਤਰ ਹੈ। ਆਪਾਂ ਤਾਂ ਥੋੜ੍ਹੇ ਜਿਹੇ ਨੂੰ ਜਾਣਦੇ ਹਾਂ। ਲੱਖ ਲੱਖ ਬਰਮੇ ਵੇਦ ਪੜ੍ਹ, ਇਕਸ ਅੱਖਰ ਭੇਦ ਨਾ ਜਾਤਾ। ਭਾਈ ਗੁਰਦਾਸ ਜੀ ਨੇ ਫਰਮਾਇਆ ਲੱਖਾਂ ਹੀ ਵੇਦ, ਕੋਈ 4 ਵੇਦਾਂ ਦੀ ਗੱਲ ਨਹੀਂ ਹੋ ਰਹੀ ਇੱਥੇ। ਅੰਤ ਹੀ ਨਹੀਂ ਹੈ, ਇੰਨਾ ਕੁਛ ਹੋ ਰਿਹਾ ਇਸ ਸੰਸਾਰ ਦੇ ਵਿੱਚ। ਕਈ ਕੋਟ ਕੀਏ ਰਤਨ ਸਮੁੰਦ। ਸਾਡਾ ਜਿਹੜੀ ਮਾਈਥੋਲੋਜੀ ਹੈ, ਮਿਥਿਹਾਸ ਕਹਿ ਰਿਹਾ ਹੈ ਵੀ 14 ਰਤਨ ਨਿਕਲੇ ਧਰਤੀ 'ਚੋਂ, ਸਮੁੰਦਰ 'ਚੋਂ, ਜਦੋਂ ਮੰਥਨ ਕਰਿਆ ਗਿਆ। ਔਰ ਮੰਥਨ ਕਿਵੇਂ ਕਰਿਆ ਇਹ ਵੀ ਸੁਣੋ। ਮੰਦਾਰ ਪਹਾੜ ਹੈ ਇੱਕ, ਭਾਗਲਪੁਰ ਬਿਹਾਰ ਦੇ ਨਾਲ ਹੈ, ਦੇਖਿਆ ਦਸ ਰਹੇ ਉੱਧਰ ਜਦੋਂ ਪੜ੍ਹਦੇ ਸੀ। ਉਸ ਮੰਦਾਰ ਪਹਾੜ ਦਾ ਬਣਾਇਆ ਮਧਾਣਾ, ਸਮੁੰਦਰ ਨੂੰ ਰਿੜਕਿਆ। ਇੱਕ ਪਾਸੇ ਤੋਂ ਪਕੜਿਆ ਰੱਸਾ ਨੇਤਰਾ ਦੈਂਤਾਂ ਨੇ, ਇੱਕ ਪਾਸੇ ਤੋਂ ਦੇਵਤਿਆਂ ਨੇ, ਫਿਰ ਉਹ ਰਿੜਕਿਆ ਸਮੁੰਦਰ। ਇਹ ਸਭ ਮਿਥਿਹਾਸ ਹੈ, ਗੁਰਬਾਣੀ 'ਚ ਇਹਦੇ ਹਵਾਲੇ ਹੈ। ਗੁਰਬਾਣੀ ਮੁਤਾਬਕ ਜਿਹੜਾ ਮਨ ਸਮੁੰਦਰ ਹੈ, ਉਹਦੇ ਵਿੱਚੋਂ ਚੰਗੇ ਮੋਤੀ ਰਤਨ ਕੱਢਣੇ, ਸੱਚ ਬੋਲਣਾ, ਇੱਕ ਨਾਲ ਜੁੜਨਾ, ਅਜਿਹੇ ਜਿਹੜੇ 14 ਰਤਨ ਹੈ। ਚਲੋ, ਉਹ ਜਦ ਸਮੁੰਦਰ ਰਿੜਕਿਆ ਤਾਂ 14 ਰਤਨਾਂ ਵਿੱਚੋਂ ਸ਼ਰਾਬ ਵੀ ਨਿਕਲੀ ਹੈ, ਵਿਸ ਵੀ ਨਿਕਲੀ ਹੈ, ਔਰ ਘੋੜਾ ਵੀ ਨਿਕਲਿਆ, ਇੱਕ ਚੰਦਰਮਾ ਨਿਕਲਿਆ। ਇਸ ਤਰ੍ਹਾਂ ਕਰਕੇ ਉਹ ਗਿਣਦੇ ਆ। ਇਹ ਮਿਥਿਹਾਸ ਹੈ, ਆਪਾਂ ਸਿਰਫ ਗਿਆਨ ਲੈਣਾ ਹੈ। ਤੋ ਸਾਧ ਸੰਗਤ ਜੀਓ, ਕਈ ਕੋਟ ਨਾਨਾ ਪ੍ਰਕਾਰ ਜੰਤ। ਇਹ ਨਾਨਾ ਸ਼ਬਦ ਨਹੀਂ ਹੈ, ਨਾਨਾ। ਨਾਨਾ ਤਾਂ ਆਪਾਂ ਹੁੰਦਾ ਜਿਹੜਾ ਆਪਣੀ ਮਦਰ ਦਾ ਬਜ਼ੁਰਗ ਪਿਓ ਹੁੰਦਾ ਹੈ। ਨਾਨਾ ਹਿੰਦੀ ਦਾ ਸ਼ਬਦ ਹੈ, ਨਾਨਾ ਪ੍ਰਕਾਰ ਕੇ। ਇਹਨੂੰ ਇਸ ਤਰ੍ਹਾਂ ਬੋਲਣਾ, ਨਾਨਾ ਕਈ ਪ੍ਰਕਾਰ ਦੇ। ਨਾਨਾ ਦਾ ਮਤਲਬ ਹੁੰਦਾ ਕਈ ਕਿਸਮ ਦੇ। ਕਈ ਕੋਟ ਕੀਏ ਚਿਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਿੰਨੇ ਹੀ ਚਿਰਜੀਵੇ, ਜਿਹੜੇ ਚਿਰੰਜੀਵੀ ਹੈ, ਜਿਵੇਂ ਹਨੂੰਮਾਨ ਜੀ ਹੈ, ਪਰਸਰਾਮ ਹੈ। ਇਹ ਉਹਨਾਂ ਦੀ ਮੈਥੋਲੋਜੀ ਇਹ ਕਹਿੰਦੀ ਹੈ ਵੀ ਇਹ ਲੱਖਾਂ ਹੀ ਸਾਲ ਜਿਉਂਦੇ ਰਹਿੰਦੇ, ਚਿਰਜੀਵੇ ਹੋ ਜਾਂਦੇ। ਜਿਹਦੇ ਬਾਰੇ 'ਚ ਗੁਰਬਾਣੀ 'ਚ ਵਚਨ ਹੈ, ਭਾਈ ਗੁਰਦਾਸ ਜੀ ਨੇ ਲਿਖਿਆ ਬਈ ਚਿਰੰਜੀਵ ਤਾਂ ਹੋ ਗਿਆ ਪਰਸਰਾਮ, ਲੇਕਿਨ ਚਰਨ ਕਮਲ ਪ੍ਰਾਪਤ ਨਹੀਂ ਹੋਏ। ਹੁਣ ਜਿਹੜੀ ਸਾਡੀ ਆਮ ਬੁੱਧੀ ਹੈ, ਅਸੀਂ ਸਭ ਕੁਛ ਕਹਿੰਦੇ ਅਵਤਾਰਾਂ ਬਾਰੇ 'ਚ ਵੀ ਇਹ ਰੱਬ ਹੈ, ਤਾਂ ਭਾਈ ਗੁਰਦਾਸ ਜੀ ਤਾਂ ਮੰਨ ਨਹੀਂ ਰਹੇ। ਭਾਈ ਫਿਰ ਆਪਣੀ ਬੁੱਧੀ ਨੂੰ ਛੋਟਾ ਕਰ ਲਓ, ਗੁਰਬਾਣੀ ਨੂੰ ਆਪਾਂ ਬੜਾ ਕਰ ਲਈਏ, ਜਿਹੜੀ ਗੁਰਬਾਣੀ ਸਾਨੂੰ ਫਰਮਾਉਂਦੀ ਹੈ। ਪਰਸਰਾਮ ਅਵਤਾਰ ਹੋਇਆ ਰਾਮ ਚੰਦਰ ਜੀ ਤੋਂ ਪਹਿਲਾਂ ਸੀ, ਉਹਦੇ ਬਾਰੇ 'ਚ ਇਹ ਲਿਖੀ ਹੈ ਬਾਤ ਭਾਈ ਗੁਰਦਾਸ ਜੀ ਨੇ, ਬਈ ਚਿਰੰਜੀਵ ਤਾਂ ਬਣਾ ਲਿਆ ਆਪਣੇ ਆਪ ਨੂੰ, ਹਉਮੈ ਮੇਟ ਨਾ ਸਕੀਆ, ਚਿਰੰਜੀਵ ਹੋਏ ਆਪ ਜਨਾਇਆ, ਚਰਨ ਕਮਲ ਮਕਰੰਦ ਨਾ ਪਾਇਆ। ਪਰਮਾਤਮਾ ਦੇ ਚਰਨ ਨਸੀਬੇ ਨਹੀਂ ਹੋਏ। ਉਹ ਲੱਖਾਂ ਸਾਲ ਦੀ ਉਮਰ ਕਰ ਲਈ। ਹੁਣ ਦੇਖੋ, ਜੇ ਫਿਰ ਵੀ ਸਾਡੇ ਦਿਮਾਗ 'ਚ ਧੁੰਦ ਹੈ ਤਾਂ ਫਿਰ ਮਹਾਰਾਜ ਦੀ ਬਸ ਸਾਡੇ ਉੱਪਰ ਕੁਛ ਬਖਸ਼ਿਸ਼ ਇਹ ਕਹਿਣਾ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਉਹਨੇ ਲਾਏ ਹੈ ਠੀਕ ਹੈ। ਬਖਸ਼ਿਸ਼ ਕਿਹਾ ਹੈ ਸਾਨੂੰ, ਲਾਇਆ ਬਾਈ ਉੱਧਰ ਨੂੰ, ਪੁੱਠੇ ਪਾਸਾ ਹੈ ਇਹ, ਸਿੱਧਾ ਪਾਸਾ ਨਹੀਂ ਹੈ। ਗੁਰਮਤ ਸਿੱਧਾ ਪਾਸਾ ਦਿਖਾਉਂਦੀ ਹੈ ਬੰਦੇ ਨੂੰ। ਤੋ ਕਈ ਕੋਟ ਮੇਰ ਗਿਰੀ ਮੇਰ ਸਵਰਨ ਥੀਵੇ। ਗਿਰੀ ਵੀ ਪਹਾੜ ਹੁੰਦਾ, ਮੇਰ ਸੁਮੇਰ ਪਰਬਤ ਨੂੰ ਕਹਿੰਦੇ, ਸੋਨੇ ਦਾ ਪਹਾੜ ਸੁਮੇਰ ਪਰਬਤ ਕਿੰਨੇ ਹੀ ਹੈ, ਕਰੋੜਾਂ ਹੀ ਹੈ। ਕਈ ਕੋਟ ਜਖਿਆ ਕਿੰਨਰ ਪਿਸਾਚ। ਕਿੰਨੇ ਹੀ ਦੇਵਤਿਆਂ ਦੇ, ਜਿਹੜਾ ਇੱਕ ਖਜ਼ਾਨਚੀ ਹੁੰਦਾ ਨਾ ਕੁਬੇਰ ਦਾ, ਉਹਨੂੰ ਕਹਿੰਦੇ ਜਖ। ਯਖ ਯਈਏ ਨਾਲ ਵੀ ਆਉਂਦਾ ਹੈ, ਜੱਜੇ ਨਾਲ ਵੀ ਆਉਂਦਾ। ਸੰਸਕ੍ਰਿਤ ਦਾ ਯਈਆ ਪੰਜਾਬੀ ਜੱਜੇ 'ਚ ਬਦਲ ਜਾਂਦਾ। ਕਿੰਨਰ ਤੇ ਜਖ ਦੇਵਤਿਆਂ ਦੀਆਂ ਜਾਤਾਂ ਹੁੰਦੀਆਂ। ਪਿਸਾਚ ਵੀ ਦੇਵਤੇ ਹੁੰਦੇ, ਕਿਸਮ ਦੇਵਤਿਆਂ ਦੇ ਸੇਵਾਦਾਰ ਹੁੰਦੇ, ਜਿਹੜੇ ਪਿਸ਼ਾਬ ਪੀਂਦੇ। ਇਹ ਮਿਥਿਹਾਸ ਵਿੱਚ ਜ਼ਿਕਰ ਆਉਂਦਾ ਇਹਨਾਂ ਦਾ। ਤੋ ਇਹ ਇੱਕ ਕੌਮ ਵੀ ਹੈ ਪਿਸਾਚ। ਆਰੀਆ ਜਦ ਦੇਸ਼ ਵਿੱਚ ਆਏ ਆ, ਉਸ ਤੋਂ ਪਹਿਲਾਂ ਇਹ ਪਿਸਾਚ ਨਾਂ ਦੀ ਇੱਕ ਕੌਮ ਇੱਥੇ ਪੰਜਾਬ 'ਚ ਵੱਸਦੀ ਹੁੰਦੀ ਸੀ। ਔਰ ਇਹ ਵੀ ਕਿਹਾ ਜਾਂਦਾ ਵੀ ਕਿੰਨਰਾਂ ਦਾ ਧੜ ਮਨੁੱਖ ਦਾ ਤੇ ਮੂੰਹ ਘੋੜੇ ਦਾ ਹੁੰਦਾ। ਆਪਾਂ ਜੋ ਗੁਰਮਤ ਵਿੱਚ ਆਉਂਦਾ, ਆਪਾਂ ਨੇ ਉਹ ਚੀਜ਼ ਲੈਣੀ ਹੈ, ਉਹਨੂੰ ਬੁੱਝਣਾ ਹੈ ਵੀ ਇਹ ਚੀਜ਼ ਹੈ, ਕਿਆ ਹੈ, ਨਹੀਂ ਹੈ, ਜਿਵੇਂ ਵੀ ਹੈ, ਜਿਵੇਂ ਗੁਰਬਾਣੀ ਫਰਮਾਉਂਦੀ ਹੈ। ਹਵਾਲੇ ਸਭ ਦੇ ਉਹਨੇ ਦ੍ਰਿਸ਼ਟਾਂਤ ਦਿੱਤੇ ਹੋਏ ਹੈ, ਪਰ ਫਿਰ ਵਿੱਚੋਂ ਆਪਣੀ ਜਿਹੜੀ ਵਿਵੇਕ ਬੁੱਧੀ ਹੈ ਉਹਦੇ ਨਾਲ ਨਿਰਣਾ ਕਰਨਾ। ਇੱਕ ਬਾਹਰਲੀ ਬੁੱਧੀ ਨਾਲ ਨਹੀਂ ਨਿਰਣਾ ਹੋ ਸਕਣਾ ਇਹਨਾਂ ਚੀਜ਼ਾਂ ਦਾ, ਵੀ ਘੋੜੇ ਦਾ ਮੂੰਹ ਹੋ ਸਕਦਾ ਜਾਂ ਨਹੀਂ ਹੋ ਸਕਦਾ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਕਿੰਨੇ ਹੀ ਭੂਤ ਹੈ, ਕਿੰਨੇ ਹੀ ਪ੍ਰੇਤ ਹੈ, ਕਿੰਨੇ ਹੀ ਸੂਰ ਹੈ, ਕਿੰਨੇ ਹੀ ਮਿਰਗ ਹੈ।
ਕੋਈ ਅੰਤ ਹਿਸਾਬ ਨਹੀਂ ਹੈ। ਸਾਧ ਸੰਗਤ ਜੀ, ਉਹ ਗੁਰਬਾਣੀ ਦਾ ਪਵਿੱਤਰ ਫਰਮਾਨ ਇਹ ਵੀ ਹੈ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ। ਮਾਂ ਪਿਓ ਬਿਨਾ ਬਾਲ ਕਿੱਕਣ ਬਣ ਸਕਦਾ। ਤੋ ਸਾਡੇ ਮਿਥਿਆਸ ਜ਼ਿਕਰ ਆਉਂਦਾ ਨਾਸਕੇਤ, ਨਾਸਾਂ ਚੋਂ ਜੰਮਿਆ ਹੋਇਆ, ਤੁੰਨ ਤੋਂ ਟੁੱਟਿਆ ਹੋਇਆ, ਪੈਰਾਂ ਚੋਂ ਨਿਕਲਿਆ ਹੋਇਆ, ਮੂੰਹ ਚੋਂ ਨਿਕਲਿਆ ਹੋਇਆ। ਹੁਣ ਜਿਹਨੇ ਇਹ ਚੀਜ਼ਾਂ ਮੰਨਣੀਆਂ, ਧੁੰਦ ਹੈ ਮਨ ਵਿੱਚ, ਉਹ ਗੁਰਮਤਿ ਨੂੰ ਕਿਵੇਂ ਸਮਝੂਗਾ। ਹਾਲਾਂਕਿ ਇਹਨਾਂ ਦੇ ਹਵਾਲੇ ਆਉਂਦੇ ਗੁਰਬਾਣੀ 'ਚ, ਬਾਕੀ ਆਪ ਜੀ ਆਪ ਸਮਝ ਲਿਓ। ਸਭ ਤੇ ਨੇੜੇ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਿਹਾ ਭਰਪੂਰ। ਉਹ ਸਭ ਤੋਂ ਨੇੜੇ ਹੈ, ਸਾਰਿਆਂ ਤੇ ਦੂਰ ਵੀ ਹੈ। ਦੇਖੋ ਦੋ ਗੱਲਾਂ ਹੋ ਰਹੀਆਂ। ਸਾਡੀ ਬੁੱਧੀ ਕਹੂਗੀ ਵੀ ਜਾਂ ਨੇੜੇ ਹੈ ਜਾਂ ਦੂਰ ਹੈ, ਆਪਾਂ ਇੱਕ ਪਾਸੇ ਨੂੰ ਜੁੜੇ ਹੋਏ ਹਾਂ। ਗੁਰਮਤਿ ਇਸ ਤਰ੍ਹਾਂ ਹੈ ਹੀ ਨਹੀਂ ਹੈ। ਗੁਰਮਤਿ ਨੂੰ ਸਮਝਣ ਖਾਤਰ ਜੇ ਮਹਾਰਾਜ ਸਾਨੂੰ ਵਿਵੇਕ ਬਖਸ਼ੇ, ਸਾਡੀ ਬੁੱਧੀ ਇਸ ਤਰ੍ਹਾਂ ਦੀ ਬਣਾ ਦੇਵੇ, ਸਦਬੁੱਧੀ, ਵੀ ਸਾਨੂੰ ਸਮਝ ਲਾ ਜਾਏ ਵੀ ਤੂੰ ਦੂਰ ਵੀ ਹੈ, ਤੂੰ ਨੇੜੇ ਵੀ ਹੈ। ਨੋਰਮਲੀ ਆਪਾਂ ਨੇ ਕਹਿਣਾ ਜਾਂ ਦੂਰ ਹੋਊਗਾ ਜਾਂ ਨੇੜੇ ਹੋਊਗਾ, ਇੱਕ ਨਹੀਂ ਹੈ। ਸਾਰੀ ਗੁਰਮਤਿ ਇਸ ਤਰ੍ਹਾਂ ਹੀ ਹੈ, ਬੈਲੈਂਸਡ ਅਪਰੋਚ ਹੈ, ਔਰ ਇਨ ਬਿਟਵੀਨ ਗੱਲ ਹੈ ਜਿਹੜੀ ਸਾਡੀ ਬੁੱਧੀ ਕਹਿੰਦੀ ਹੈ ਉੱਥੇ। ਤਾਂ ਹੁਣ ਕਿਵੇਂ ਦੂਰ ਹੈ ਕਿਵੇਂ ਨੇੜੇ ਹੈ, ਇਹ ਸਮਝਣ ਵਾਲੀ ਗੱਲ ਹੈ। ਦੇਖੋ ਗੁਰਬਾਣੀ ਫਰਮਾਉਂਦੀ ਹੈ ਵੀ ਤੂੰ ਅੰਦਰ ਬੈਠਾ ਹੈ ਸਭ ਦੇ, ਘੱਟ ਘੱਟ ਵਿੱਚ ਰਮਿਆ ਹੋਇਆ, ਤਾਂ ਹੋ ਗਿਆ ਨਾ ਨੇੜੇ। ਕੌਰ ਅਵਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਤੂੰ ਨੇੜੇ ਤੋਂ ਨੇੜੇ ਹੈ, ਪਰ ਤੂੰ ਦੂਰ ਇੰਨਾ ਹੈ ਬਈ ਕਦੇ ਪ੍ਰਾਪਤ ਨਹੀਂ ਹੁੰਦਾ ਹੈ। ਹਉਮੈ ਕਰਕੇ, ਹਉਮੈ ਦਾ ਲੇਪ ਚੜਿਆ ਹੋਇਆ ਮਨ ਨੂੰ, ਅੰਦਰ ਬੈਠਾ ਵੀ ਤੂੰ ਦੂਰ ਲੱਗੀ ਜਾਂਦਾ। ਆਪਾਂ ਨੂੰ ਲੱਗੀ ਜਾਂਦਾ ਵੀ ਮੱਕੇ 'ਚ ਹੋਊ, ਹਰਿਦੁਆਰ ਹੋਊ, ਜਾਂ ਕਿਧਰੇ ਹੋਰ ਹੋਊ, ਹੈ ਅੰਦਰ। ਇਹ ਹੈ ਸਭ ਤੇ ਨੇੜੇ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਿਹਾ ਭਰਪੂਰ। ਹੈ ਉਹ ਸਭ ਦੇ ਅੰਦਰ ਹੈ, ਲੇਕਿਨ ਅਲਿਪਤ ਹੈ, ਕਮਲ ਦੇ ਫੁੱਲ ਦੀ ਤਰ੍ਹਾਂ। ਮਾਇਆ ਦੇ ਵਿੱਚ ਹੈ, ਮਾਇਆ ਦਾ ਸਰੀਰ ਹੈ ਇਹ ਸਾਰਾ ਹੀ। ਮਨ ਵੀ ਜਿਹੜਾ ਸਾਡਾ ਹਾਰਟ ਦਿਮਾਗ ਹੈ ਉਹ ਵੀ ਮਾਇਆ, ਜਿੱਥੇ ਉਹ ਰਹਿੰਦਾ ਦਿਲ ਵਿੱਚ ਨਹੀਂ ਰਹਿੰਦਾ। ਉਹ ਦਿਲ ਜਿਹੜਾ ਗੁਰਬਾਣੀ ਦਾ, ਉਹ ਦਿਮਾਗ ਨੂੰ ਹੀ ਕਿਹਾ ਜਾਂਦਾ ਹੈ, ਕਿਉਂਕਿ ਦਿਮਾਗ 'ਚ ਸਾਰੀ ਸੋਚ ਵਿਚਾਰ ਹੁੰਦੀ ਹੈ। ਦਿਲ ਤਾਂ ਇੱਕ ਮਾਸ ਦਾ ਲੋਥੜਾ ਸਿਰਫ ਖੂਨ ਪੰਪ ਕਰਦਾ ਹੈ, ਸੋਚ ਵਿਚਾਰ ਦਿਮਾਗ 'ਚ ਹੁੰਦੀ ਹੈ। ਉਹ ਹੈ ਹਿਰਦਾ ਗੁਰਬਾਣੀ ਦਾ ਅਸਲ 'ਚ। ਉਹ ਉੱਥੇ ਬੈਠਾ ਹੋਇਆ ਵੀ ਅਲਿਪਤ ਹੈ, ਉਹਨੂੰ ਕੋਈ ਲੇਪ ਨਹੀਂ ਚੜ੍ਹਦਾ ਮਾਇਆ ਦਾ। ਜਿਵੇਂ ਕਮਲ ਦੇ ਫੁੱਲ ਨੂੰ ਗੰਦਗੀ ਦਾ ਕੋਈ ਅਸਰ ਨਹੀਂ ਹੁੰਦਾ, ਹਾਲਾਂਕਿ ਗੰਦਗੀ ਦੇ ਵਿੱਚ ਖੜ੍ਹਦਾ ਹੈ। ਤੋ ਇਸ ਤਰ੍ਹਾਂ ਦੀਆਂ ਵਿਚਾਰਾਂ ਸਾਧ ਸੰਗਤ ਜੀ ਉਹ ਗੁਰਮਤਿ ਦੀਆਂ, ਇਹਨਾਂ ਨੂੰ ਸਮਝਣ ਖਾਤਰ ਬੁੱਧੀ ਨੂੰ ਤਾਂ ਪਿੱਛੇ ਰੱਖਣਾ ਪਊਗਾ। ਇੱਕ ਹੱਥਾਂ ਹੀ ਬੁੱਧੀ ਕੰਮ ਦਿੰਦੀ ਹੈ, ਅੱਖਰਾਂ ਦੀ ਸਮਝ ਕਰਾਉਂਦੀ ਹੈ, ਵਿਆਕਰਨ ਦੀ ਕਰਾਉਂਦੀ ਹੈ, ਪਰ ਜਿਹੜੀ ਅਸਲੀ ਗੱਲ ਹੈ ਉਹ ਤਾਂ ਬੁੱਝਣ ਪਾ ਖੜੀ ਹੈ। ਉਹ ਹੋਰ ਚੀਜ਼ ਹੈ। ਕਿਸੇ ਅਦੀਬ ਨੇ ਇਸ ਤਰ੍ਹਾਂ ਦੀ ਬਾਤ ਕਹੀ ਹੈ ਵੀ ਤੂੰ ਨਜ਼ਰ ਵੀ ਨਹੀਂ ਆਉਂਦਾ, ਪਰ ਹੈ ਵੀ ਸਭ ਤੇ ਨੇੜੇ। ਦੇਖੋ ਕਿਆ ਕਿਆ ਚੀਜ਼ ਹੈ। ਉਹੀ ਗੱਲ ਗੁਰਬਾਣੀ ਫਰਮਾਉਂਦੀ ਹੈ। ਤੋ ਸਾਧ ਸੰਗਤ ਜੀ ਦਿਓ ਆਗਿਆ, ਕੋਈ ਅਪਸ਼ਬਦ ਨਿਕਲ ਜਾਂਦਾ, ਬੰਦਾ ਭੁੱਲਣਹਾਰ ਹੈ, ਭੁੱਲਾਂ ਵਿੱਚ ਹੀ ਰਹਿੰਦਾ, ਸਾਰੀ ਉਮਰ ਭੁੱਲਾਂ 'ਚ ਲੰਘ ਜਾਂਦੀ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪਣਾ ਭੁੱਲੇ। ਬਖਸ਼ ਲਿਓ ਬਖਸ਼ ਲਿਓ ਬਖਸ਼ ਲਿਓ। ਸਾਧ ਸੰਗਤ ਜੀ ਉਹ ਅਦੀਬ ਦਾ ਕਥਨ ਇਹ ਹੈ ਬੇਪਰਦ ਇਤਨਾ, है बेपर्द इतना कि हर जर्रे में है उसका ਜ਼ਹੂਰ। ਜ਼ਹੂਰ ਮੈਨੇ ਚਾਨਣ। ਇੰਨਾ ਬੇਪਰਦ ਹੈ, ਯਾਨੀ ਢੱਕਿਆ ਵਾ ਨਹੀਂ ਹੈ, ਵੀ ਸਭ ਜ਼ਰਿਆਂ ਵਿੱਚ ਉਹਦਾ ਜ਼ਹੂਰ ਹੈ। ਲੇਕਿਨ ਹੈ ਬਾਪਰਦ ਇਤਨਾ ਕਿ ਨਜ਼ਰ ਤੱਕ ਆਤਾ ਨਹੀਂ। ਬਾਪਰਦ ਯਾਨੀ ਪਰਦੇ ਦੇ ਵਿੱਚ ਹੈ, ਉਹ ਇੰਨਾ ਪਰਦੇ ਦੇ ਵਿੱਚ ਢੱਕਿਆ ਹੋਇਆ ਕਿ ਨਜ਼ਰ ਵੀ ਨਹੀਂ ਆਉਂਦਾ। ਬੇਪਰਦਾ ਇੰਨਾ ਹੈ ਵੀ ਹਰ ਜ਼ਰੇ ਵਿੱਚ ਉਹਦਾ ਜ਼ਹੂਰ ਹੈ, ਪਰ ਬਾਪਰਦਾ ਇੰਨਾ ਹੈ ਵੀ ਉਹ ਨਜ਼ਰ ਵੀ ਨਹੀਂ ਆਉਂਦਾ। ਇਹ ਕਿਸੇ ਅਦੀਬ ਦਾ ਸ਼ੇਅਰ ਹੈ। ਤੋ ਸਾਧ ਸੰਗਤ ਜੀ ਇਹੀ ਗੁਰਬਾਣੀ ਦੀ ਵਿਚਾਰ ਹੈ ਬਈ ਉਹ ਨੇੜੇ ਵੀ ਹੈ, ਉਹ ਦੂਰ ਵੀ ਹੈ। ਕਿਸੇ ਵੀ ਚੀਜ਼ ਨੂੰ ਆਪਾਂ ਇੱਕਣ ਨਹੀਂ ਪਰਖ ਸਕਦੇ ਜਿੱਕਣ ਆਪਣੀ ਬੁੱਧੀ ਪਰਖਦੀ ਹੈ। ਤੋ ਗੁਰੂ ਸਾਹਿਬ ਨੇ ਸਾਨੂੰ ਇਹ ਚੀਜ਼ ਸਿਖਾਈ ਹੈ, ਜੇ ਸਮਝ ਵੀ ਦੇ ਦੇਵੇ ਇਸ ਗੱਲ ਦੀ, ਜੋ ਗੁਰਬਾਣੀ 'ਚ ਚੀਜ਼ ਹੈ, ਜੋ ਵਸਤ ਹੈ ਗੁਰਬਾਣੀ 'ਚ, ਜੇ ਸਾਨੂੰ ਉਹਦੀ ਸਮਝ ਵੀ ਦੇ ਦੇਵੇ। ਬੁੱਧੀ ਜਿਵੇਂ ਕਹਿੰਦੀ ਹੈ ਉਸ ਤਰ੍ਹਾਂ ਨਹੀਂ ਹੈ। ਜੇ ਰਾਗਾਂ ਔਰ ਕੀਰਤਨ ਦੀ ਵਡਿਆਈ ਕਰੀ ਹੋਈ ਹੈ ਤਾਂ ਰਾਗਾਂ ਨਾਦਾਂ ਦੇ ਉਲਟ ਵੀ ਲਿਖਿਆ ਹੋਇਆ ਵੀ ਇਹਨਾਂ 'ਚੋਂ ਪ੍ਰਾਪਤੀ ਵੀ ਕੁਛ ਨਹੀਂ ਹੋਣੀ ਸਾਨੂੰ, ਜੇ ਮਹਿਜ਼ ਰਾਗ ਨਾਦੇ ਕਰਦੇ ਰਹੇ ਤ੍ਰੈਗੁਣੀ ਬੁੱਧੀ ਨਾਲ।
ਜੇ ਇਹਨਾਂ ਨੂੰ ਸਦਬੁੱਧੀ ਬਣਾ ਕੇ ਪਰਮਾਤਮਾ ਦੀ ਉਸਤਤ ਵਿੱਚ ਲਗਾ ਲਿਆ, ਫਿਰ ਇਹਦੇ ਇਹਨਾਂ ਵਰਗੀ ਰੀਸ ਵੀ ਕੋਈ ਨਹੀਂ ਹੈ। ਦੇਖੋ ਦੋਹੇ ਚੀਜ਼ਾਂ ਚੱਲ ਰਹੀਆਂ ਨਾਲ ਦੀ ਨਾਲ। ਕੋਈ ਇਸ਼ੂ ਲੈ ਲਓ, ਇਸ ਤਰ੍ਹਾਂ ਹੀ ਚੱਲੇਗੀ। ਤੀਰਥਾਂ ਦਾ ਖੰਡਨ ਵੀ ਹੈ ਬਹੁਤ ਜਗ੍ਹਾ, ਤੀਰਥਾਂ ਦੀ ਵਡਿਆਈ ਵੀ ਕਰੀ ਹੋਈ ਹੈ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਉਹ ਗੱਲ ਕੁਛ ਹੋਰ ਹੈ ਪਿੱਛੇ, ਉਹ ਸਮਝਣ ਵਾਲੀ ਹੈ। ਜੇ ਏਕੇ 'ਚ ਬੰਦਾ ਕਰਦਾ ਉਹ ਸਭ ਠੀਕ ਹੈ, ਜੇ ਡੁਐਲਿਟੀ 'ਚ ਕਰਦਾ ਉਹ ਬਿਲਕੁਲ ਠੀਕ ਨਹੀਂ, ਚਾਹੇ ਉਹ ਰੱਬ ਦਾ ਨਾਂ ਵੀ ਹੈ। ਇਹ ਚੀਜ਼ ਗੁਰਮਤਿ ਸਿਖਾਉਂਦੀ ਹੈ। ਜੇ ਸਮਝ ਆ ਜਾਏ ਕਿਸੇ ਨੂੰ ਤਾਂ ਠੀਕ ਹੈ, ਨਹੀਂ ਆਉਂਦੀ ਤਾਂ ਉਹ ਵੀ ਉਹਦਾ ਹੁਕਮ ਹੈ, ਕਿਉਂਕਿ ਸਮਝ ਉਹਨੇ ਦੇਣੀ ਵੀ ਕਿੰਨਿਆਂ ਨੂੰ। ਇਹ ਤਾਂ ਬਾਣੀ ਫਰਮਾ ਰਹੀ ਹੈ ਵੀ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ। ਜਿੰਨੀ ਜਿੰਨੀ ਬੁੱਧ ਬਖਸ਼ਦਾ ਹੈ ਕਿਸੇ ਨੂੰ, ਜਿੰਨੀ ਜਿੰਨਾ ਵਿਵੇਕ ਬਖਸ਼ਦਾ, ਉਨਾ ਉਨਾ ਉਹਨੂੰ ਗਿਆਨ ਹੋ ਜਾਂਦਾ। ਬਾਕੀ ਝਗੜਾ, ਇਹੀ ਝਗੜਾ ਸੰਸਾਰ ਦਾ। ਝਗੜਾ ਏਕ ਨਵੇਰੋ ਰਾਮ, ਜੋ ਤੁਮ ਆਪਣੇ ਜਨ ਸਿਓ ਕਾਮ। ਕਬੀਰ ਜੀ ਦਾ ਸ਼ਬਦ ਹੈ ਵੀ ਨਵੇੜ ਦੇ ਮੇਰਾ ਵੀ ਝਗੜਾ। ਉਹਨਾਂ ਦਾ ਤਾਂ ਨਿਬੜਿਆ ਵਾ, ਤਾਂ ਉਹ ਤਾਂ ਸਾਨੂੰ ਸਮਝਾ ਰਹੇ ਅਸਲ 'ਚ ਨੀਵੇਂ ਹੋ ਕੇ ਵੀ ਸਾਡਾ ਵੀ ਝਗੜਾ ਨਵੇੜ ਦੇ ਮਹਾਰਾਜ। ਸਾਨੂੰ ਸਮਝ ਨਹੀਂ ਆ ਰਹੀ ਵੀ ਤੂੰ ਕਿਆ ਹੈ, ਤੂੰ ਇੱਕ ਵੀ ਹੈ ਤੂੰ ਅਨੇਕ ਵੀ ਹੈ, ਕਿਵੇਂ ਹੋ ਜੂਗੀ ਇਹ ਗੱਲ। ਤੇਰੇ ਇੱਕ ਕੰਨ ਵੀ ਹੈ ਨਾ, ਤੇਰੇ ਇੱਕ ਵੀ ਕੰਨ ਨਹੀਂ ਹੈ, ਤੇਰੇ ਹਜ਼ਾਰਾਂ ਹੀ ਕੰਨ ਹੈ। ਸਹਿਜ ਤਵ ਨੈਣ ਨਾ ਨੈਣ ਹੈ ਤੋਏ ਕੋ, ਤੇਰੇ ਹਜ਼ਾਰਾਂ ਹੀ ਅੱਖਾਂ, ਤੇਰੇ ਇੱਕ ਵੀ ਅੱਖ ਨਹੀਂ ਹੈ। ਸਮਝ ਲਓ ਬੁੱਧੀ ਨਾਲ ਇਸ ਨੂੰ। ਬੁੱਧੀ ਕਹੂਗੀ ਕਿਵੇਂ ਹੋ ਸਕਦਾ ਇੱਕਣ, ਜਾਂ ਦੋ ਅੱਖਾਂ ਹੋਊਗੀਆਂ ਉਹਦੇ, ਜਾਂ ਕਮ ਸੇ ਕਮ ਇੱਕ ਅੱਖ ਹੋਊਗੀ, ਜਾਂ ਉਹਦੇ ਹਜ਼ਾਰਾਂ ਅੱਖਾਂ ਹੋਊਗੀਆਂ। ਉਹ ਇੱਕੋ ਟਾਈਮ 'ਚ ਦੋ ਚੀਜ਼ਾਂ ਨਹੀਂ ਹੋ ਸਕਦਾ। ਬਸ ਇਹੀ ਗੁਰਮਤਿ ਹੈ ਜੇ ਸਮਝ ਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।